सच्चे पातशाह जी दे मुखारबिंद तो जयकारे दे अर्थ। ज्योति ज्योत स्वरूप हर, ज्योति आत्मा, ज्योत परमात्मा, जो सर्व आत्मा दा परमात्मा है और ज्योत स्वरूप है। शरीर नहीं, तन नहीं, वजूद नहीं, माटी खाक नहीं। ਉਸੇ ਨੂੰ ਨੇਕਲੰਕ ਕਿਹਾ ਗਿਆ ਹੈ, ਕਿਸੇ ਇਨਸਾਨ ਨੂੰ ਨੇਕਲੰਕ ਨਹੀਂ ਕਿਹਾ ਗਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਿਹੜਾ ਪਰਮਾਤਮਾ ਜੋਤ ਸਰੂਪ ਹੈ, ਨੇਕਲੰਕ ਹੈ, ਉਹੀ ਸਾਰਿਆਂ ਦਾ ਮਹਾਰਾਜ ਅਤੇ ਸਾਰਿਆਂ ਦਾ ਪਾਤਸ਼ਾਹ ਹੈ। ਉਹੀ ਸਾਰਿਆਂ ਨੂੰ ਭੈ ਵਿੱਚ ਰੱਖਣ ਵਾਲੀ ਸਮਰੱਥ ਤਾਕਤ ਹੈ। ਉਹੀ ਸਾਰਿਆਂ ਦੀ ਪਾਲਣਾ ਕਰਨ ਵਾਲਾ ਵਿਸ਼ਨੂੰ ਰੂਪ ਹੋ ਕੇ ਔਰ ਅੰਤ ਤੱਕ ਰਹਿਣ ਵਾਲਾ ਭਗਵਾਨ ਹੈ। ਇਹ ਅਰਥ ਹਜ਼ੂਰ ਸ਼ਹਿਨਸ਼ਾਹ ਜੀ ਦੀ ਪਵਿੱਤਰ ਰਸਨਾ ਤੋਂ ਨੇ। ਹਜ਼ੂਰ ਸ਼ਹਿਨਸ਼ਾਹ ਜੀ ਨੇ ਇੱਕ ਅਜਿਹੇ ਰੂਪ ਵਿੱਚ ਮਾਨਵਤਾ ਨੂੰ ਸੱਚਾ ਸੰਦੇਸ਼ ਦਿੱਤਾ ਕਿ ਐ ਗੁਰਮੁਖੋ, ਜੋ मैं ਤੁਹਾਡੀ ਝੋਲੀ ਦੇ ਵਿੱਚ ਵਸਤ ਅਮੋਲਕ ਪਾ ਦਿੱਤੀ ਹੈ, ਸੋ ਹਮਾਰਾ ਸ਼ੇਰ ਸੇ ਵਿਸ਼ਨੂੰ ਭਗਵਾਨ ਦੀ ਜੈ। ਇਸ ਨੂੰ ਇੱਕ ਅਜਿਹੇ ਰੂਪ ਵਿੱਚ ਆਪਣੀ ਅੰਤਰਾਤਮਾ, ਆਪਣੇ ਹਿਰਦੇ ਦੇ ਵਿੱਚ ਵਸਾ ਲੈਣਾ। ਪਰਮਾਤਮਾ ਦੀ ਅਗਮਤਾ ਦੀ ਤਾਰ, ਪਰਮਾਤਮਾ ਦਾ ਅਗਮਾ ਨੂਰ, ਪਰਮਾਤਮਾ ਦਾ ਅਗਮਾ ਰੂਪ ਕਦੀ ਵੀ ਕਿਸੇ ਦੀ ਸੋਚ ਵਿਚਾਰ ਦੇ ਅੰਦਰ ਨਹੀਂ ਆ ਸਕਦਾ। ਉਹ ਅਗਮਤਾ ਦੇ ਮਾਲਕ ਨੇ ਆਪਣੀ ਅਗੰਮੀ ਕਿਰਪਾ ਕਰਕੇ ਤੁਹਾਨੂੰ ਆਪਣੇ ਚਰਨਾਂ ਦੇ ਧਾਰਨੀ ਬਣਾ ਕੇ ਸੱਤ ਤੇ ਸੱਚ ਦਾ ਸੰਦੇਸ਼ ਦਿੱਤਾ ਕਿ ਗੁਰਮੁਖੋ, ਇਹ ਤੁਸੀਂ ਮਾਨਸ ਜਨਮ ਜਿੱਤਣਾ ਹੈ। ਮਾਨਸ ਜਨਮ ਕਿਸ ਤਰ੍ਹਾਂ ਜਿੱਤਿਆ ਜਾ ਸਕਦਾ ਹੈ? ਜਿੰਨਾ ਚਿਰ ਪਰਮੇਸ਼ਵਰ ਦੀ ਕਿਰਪਾ ਨਾ ਹੋਵੇ, ਜਿਸ ਵੇਲੇ ਅਗੰਮੇ ਬਾਪ ਦੀ ਰਹਿਮਤ ਨਾ ਹੋਵੇ ਆਪਣੇ ਭਗਤਾਂ ਦੇ ਉੱਪਰ, ਉਹਨਾਂ ਚਿਰ ਕੋਈ ਭਗਤ ਆਪਣੇ ਪ੍ਰਭੂ ਦੇ ਚਰਨਾਂ 'ਤੇ ਸੱਚੀ ਨਮਸਕਾਰ ਵੀ ਨਹੀਂ ਕਰ ਸਕਦਾ। ਇਹੀ ਫਰਕ ਹੈ ਸੰਸਾਰ ਦਾ ਤੇ ਤੁਹਾਡਾ। ਤੁਹਾਡਾ ਇਹ ਫਰਕ ਹੈ, ਤੁਸੀਂ ਸੱਸੇ ਦੇ ਉੱਪਰ ਹੋੜਾ ਤੱਕਿਆ। ਉਸ ਹੋੜੇ ਵਿੱਚ ਨਿਰਗੁਣ ਸਰਗੁਣ ਪਰਮਾਤਮਾ ਨੇ ਆਪਣਾ ਉਹ ਰੂਪ ਦੱਸ ਦਿੱਤਾ ਕਿ ਆਪੇ ਮੈਂ ਨਿਰਗੁਣ ਹਾਂ ਤੇ ਆਪੇ ਮੈਂ ਸਰਗੁਣ ਹਾਂ, ਮੇਰੇ ਵਿੱਚ ਕਦੀ ਕੋਈ ਅੰਤਰ ਨਹੀਂ ਆਇਆ। ਹਾਹੇ ਦੇ ਉੱਤੇ ਟਿੱਪੀ ਲਾਤੀ, ਐ ਮੇਰੀ ਬ੍ਰਹਮ ਆਤਮਾ, ਮੈਂ ਤੈਨੂੰ ਆਪਣੇ ਵਿੱਚੋਂ ਜਨਮ ਦਿੱਤਾ ਤੇ ਆਪਣੇ ਵਿੱਚ ਸਮਾ ਲਿਆ, ਇਸ ਕਰਕੇ ਤੇਰਾ ਵਾਰਸ ਮੈਂ ਆਪ ਬਣਿਆ ਹਾਂ। ਸਰਬ ਹਰ ਸੰਗਤ ਜੀ, ਭਗਤਾਂ ਦੀ ਦ੍ਰਿਸ਼ਟੀ ਜਿਹੜੀ ਸੀ ਉਹ ਸੱਸੇ ਤੇ ਹੋੜਾ ਸੀ। ਉਹਨਾਂ ਸੱਸੇ ਤੇ ਹੋੜਾ ਭਗਤਾਂ ਨੇ ਵੇਖ ਲਿਆ। ਸੰਸਾਰ ਨੇ ਹਾਹੇ ਤੇ ਹੋੜਾ ਵੇਖ ਲਿਆ ਕਿ ਉਹ ਸੰਸਾਰ ਦੀਆਂ ਖਾਸ਼ਾਂ ਭਗਤਾਂ ਨਾਲੋਂ ਵੱਖਰੀਆਂ ਹੁੰਦੀਆਂ ਨੇ। ਇਸ ਕਰਕੇ ਭਗਤਾਂ ਨੂੰ ਮਾਣ ਦੇਣ ਵਾਸਤੇ, ਭਗਤਾਂ ਦੀ ਮਰਿਆਦਾ ਨੂੰ ਸੱਤ ਤੇ ਸੱਚ ਦਾ ਰੂਪ ਦੇਣ ਵਾਸਤੇ ਪਰਮੇਸ਼ਵਰ ਨੇ ਆਪਣੀ ਖੇਲ ਨੂੰ ਨਿਵੇਕਲੇ ਰੂਪ ਦੇ ਵਿੱਚ ਕੀਤਾ। ਇੱਕ ਛਿਣ ਪਰ ਲਈ ਸੋਚੀਏ ਕਿ ਇਹ ਅਕਾਲ ਪੁਰਖ, ਜੇ ਤੁਸੀਂ ਸਾਨੂੰ ਆਪਣੇ ਚਰਨਾਂ ਦੀ ਛੋਹ ਨਾ ਦਿੰਦੇ ਤੇ ਅੱਜ ਪਤਾ ਨਹੀਂ ਅਸੀਂ ਕਿਹੜੀ ਜਗ੍ਹਾ 'ਤੇ ਹੁੰਦੇ। ਇਹ ਰਹਿਮਤਾਂ ਦੇ ਮਾਲਕ ਨੇ ਰਹਿਮਤ ਕੀਤੀ, ਇਹ ਪਰਮੇਸ਼ਵਰ ਨੇ ਕਿਰਪਾ ਕੀਤੀ ਤੇ ਉਸ ਕਿਰਪਾ ਦਾ ਪਾਤਰ ਤੁਹਾਨੂੰ ਬਣਾ ਲਿਆ। ਆਓ ਮੇਰੇ ਭਗਤੋ ਉੱਠੋ, ਮੈਂ ਤੁਹਾਡਾ ਭਗਵਾਨ ਹਾਂ। ਇਸ ਤੋਂ ਵੱਡੀ ਕਿਰਪਾ ਹੋਰ ਕੋਈ ਹੋ ਨਹੀਂ ਸਕਦੀ। ਭਗਤਾਂ ਤੋਂ ਬਿਨਾਂ ਕਿਸੇ ਨੇ ਭਗਵਾਨ ਨੂੰ ਆਪਣਾ ਬਾਪੂ ਨਹੀਂ ਕਿਹਾ। ਭਗਤਾਂ ਤੋਂ ਬਿਨਾਂ ਕਿਸੇ ਨੇ ਆਪਣੇ ਪਰਮੇਸ਼ਵਰ ਦੇ ਚਰਨਾਂ ਦੇ ਵਿੱਚ ਨਮਸਕਾਰ ਨਹੀਂ ਕੀਤੀ। ਭਗਤਾਂ ਤੋਂ ਬਗੈਰ ਇੱਕ ਮਾਤ ਲੋਕ ਦੇ ਵਿੱਚ ਮਰਿਆਦਾ ਨੂੰ ਕਠਨ ਕਰਨ ਵਾਸਤੇ ਹੋਰ ਕੋਈ ਅੱਗੇ ਨਹੀਂ ਆ ਸਕਿਆ। ਇੱਕ ਭਗਤ ਹੈ, ਇੱਕ ਭਗਵਾਨ ਹੈ, ਇੱਕ ਭਗਵਾਨ ਹੈ, ਇੱਕ ਭਗਤ ਹੈ। ਮਾਤ ਲੋਕ ਦੇ ਵਿੱਚ ਇੱਕ ਮਰਜ਼ਾਦਾ ਕਠਨ ਕਰ ਦਿੱਤੀ ਕਿ ਐ ਗੁਰਸਿੱਖੋ, ਤੁਸੀਂ ਪਹਿਲੀ ਵਾਰ ਆਪਣੇ ਭਗਵਾਨ ਨੂੰ ਮਾਤ ਲੋਕ ਵਿੱਚ ਆਇਆ ਇਹ ਸਤ ਸਰੂਪ ਦੇ ਵਿੱਚ ਦੇਖਿਆ ਹੈ, ਜਿਸ ਦਾ ਅਗੰਮੀ ਬਲ ਹੈ।
परमात्मा दी अगमता दी तार, परमात्मा दा अगमा नूर, परमात्मा दा प्रकाश, परमात्मा दा सत दा स्वरूप। ओ सत स्वरूप विच परमात्मा ने सत सतवादी हो के ब्रह्म ब्रह्मादी हो के मौत लोक दे विच नवेकली खेल कीती, जिस दा सबूत तानू संसार विचों होर किते कोई मिल सकदा नहीं सी। इते भगतां दी गवाही रख लई, ऐ मेरे गुरमुखो मैं मात लोक विच आया हां ते तुहाडी खातर आया हां। जे मैं तुहाडी खातर आया हां ते तुहानू अपने चरनां दा धारनी बना के तुहाडी झोली दे विच सोहंग महाराज शेर सिंह विष्णु भगवान दी अमोलक दात झोली दे विच रख दिती। क्योंकि जिन्हां ने परमेश्वर दा नाम एक बार अपनी रसना जेवा तो लै लिया, जिन्हां दी अंतरात्मा विच प्रभु दे नाम दा रंग चढ़ गया, जिन्हां दे सोच विचार दे विच अपने प्रभु दा ओ सत स्वरूप एक अजिहे रूप दे विच आ गया, उन्हां दे दिब नेत्र निज नेत्र त्रै कुटी दे विच परमात्मा दा सदा लई वास हो गया, जिथे प्रभु अपने भगतां तो कदी विछोड़ा दिंदे ही नहीं। परमात्मा दा फरमान की है, उठो भगतो खोलो अख, श्री भगवान आप जनाएंदा, पार ब्रह्म प्रगट होया परतख। परमेश्वर परतख प्रगट होया, परमेश्वर नू तुसी खुलियां अखां दे नाल देखिया, परमेश्वर नू एक ऐसे रूप दे विच कि जिथे जीव दी सोच खत्म हो जाती है, पर परमात्मा ने तुहाडे ते रहमत करके तुहानू अपनी जनाई आप दिती। अज एक भी गुरसिख इस गल नू नहीं कह सकदा कि मैं अपने आप अपने परमेश्वर नू लभ्या है, पर परमेश्वर ने फरमान किया कि है गुरसिखो तुहाडे पूर्वले लेख दे आधार ते तुहाडे पूर्वले जन्मां कर्मां नू खत्म करन वास्ते तुहानू 84 लख विचों कड्डण वास्ते मैं अपने कीते होए कौल इकरार ते वायदे नू कदी भुलदा नहीं। परमात्मा कदी वायदा खिलाफी करदे भी नहीं। परमात्मा ने अपने वायदे नू निभाउण वास्ते, परमात्मा ने तुहाडे ते बख्शिश करन वास्ते, परमात्मा ने तुहाडे ते रहमत कर दिती। उस रहमत दा सबूत अज सर्वहर संगत है कि परमात्मा ने अपने चरनां दे तारने बना लिया। जीव की कोई कीमत नहीं, पंज तत्त दी जीव की कोई कीमत नहीं संसार दे विच। जदों परमेश्वर दे चरण परस लैंदा है जीवात्मा, जदों भगत अपने प्रभु दे चरनां दा धारनी बन जाता है, वो अपने परमेश्वर दा वो दुलारा बन जाता है, जिसका मात लोक विच होर कोई सा नहीं हो सकता नहीं सी। यही फर्क है संसार दा ते भगतां दा, यही फर्क है मात लोक विच तुहाडा विचरन दा। मेरा गुरसिख किहो जिहा होवे, मेरे सिख दे अंदर द्वैत भावना ना होवे, मेरे सिख दे अंदर एक अजिहा रूप होवे जिस दे विच सत ते सच समाया होवे, उस सत ते सच दे विच सब नू मेरा रूप ही नजरी आवे। परमात्मा ने अपने नूर दी रचनाई की, परमात्मा ने अपने प्रकाश नू प्रकाशवान करके तुहाडी अंतर आत्मा विच रख के तुहानू ब्रह्म दा नाम दे के तुहानू सत दी मर्यादा दे विच कठन कर दिता। एक सत दा रूप मात लोक विच एक अजिही विशेषता रखता है, क्योंकि जेकर साडे अंदर सत ते सच है, जे अंदर साडे सच दी तार है, जे सच दा रूप है, जे सच्चे भगवान नू असीं अपनी अंतर आत्मा विच एक अजिहे रूप दे विच वसा लैने हाँ, जिथे अठे पैर दरस रहिंदा है परमात्मा दा, उस दरस दे विच दीदार है, दीदार दे विच उस अकाल पुरख दा सत स्वरूप है, वो परमेश्वर दी अगमता दी तार जो सत ते सत है, जिस दे विच कदी कोई फर्क नहीं आया ते ना कोई आवेगा। यही एक गुरसिख दी निशानी है कि जे परमात्मा ने वर लिया, परमात्मा ने परना लिया अपनिया आत्मा नू ते सर्वहर संगत जी। अज उच्ची बांह करके होका दे सकते जो, हे ऐ संसार वालियो असी सतगुर पूरा पाया सगली मिटी प्यास।
सतगुर पूरा पाया। इस दे विच कोई शक नहीं। परमेश्वर ने कहा कि वेखियो गुरसिखो, कदी तुसी ये नहीं मुकर जाना कि असीं ते प्रभु दे दर्शन ही नहीं कीते। प्रभु दे दर्शन करके कदी भी अपने आप नूं परमेश्वर तो दूर ना करना। परमेश्वर दे दर्शन दी वडियाई है। जिसने एक बार मेरा दर्शन दीदार कर लिया, उसने 1,84 जूनी विच नहीं आना। उसनूं जन्म लेना ना पए दुबारी, उसनूं दोबारा जन्म ही नहीं लेना पैना। जिस भगत आत्मा ने सोग मारा, शेर से विश्व भगवान दी जयदा जयकारा अपनी रसना तो ला लिया, उस ते मैं जन्म कर्म दे लेख खत्म कर दिते। भगत दा कोई कर्म नहीं हुंदा। भगत नूं कर्मा कांडा तो रहत करते तुहानू सच दी सिक्ख्या देती। गुरसिख दे अंदर सत ते सच होवे, गुरसिख झूठ ना बोले, गुरसिख जादू टूणियां दे विच विश्वास ना रखे, गुरसिख कदी किते अपना हथ ना दिखावे। क्योंकि जो प्रभु दा भगत हुंदा है, जो प्रभु दा सिख हुंदा है, उस दी वागडोर उस दे परमेश्वर दे हथ विच हुंदी है। उस दा वारस परमात्मा खुद आप हुंदा है। इसे तरह हजूर शहनशाह जी ने फरमान किया, हुक्म किया कि ऐ गुरमुखो, ये समा कदों मैं सुहंजना किया? इन मैं 994 चौकड़ी युग तो बाद ये मैं समा सुहंजना किया। इसे तरह हजूर शहनशाह जी ने 18 पादों नूं जोगो सलाविया दे विच अपना एक अजिहा लेख दसिया, जिस दे विच हजूर शहनशाह जी ने फरमान किया कि मैं पिछलियां पैशीन गोइयां दे आधार ते ही समुंद सागरां नूं पार कीता। मैं पिछले लैणे देने दे मुताबक ही अपनी खेल करदा हाँ, क्योंकि परमेश्वर ते सब कुछ जानता है। परमेश्वर पूर्वले लेख नूं पूरिया करन वास्ते हजूर शहनशाह जी ने वो हर जगह ते जिथे धरती दी पुकार सी, उथे अपने चरनां दी शो दे दिती। योगो सलाविया कहे मेरा पहला नाम सी जोग, जोगो सलाविया कहे मेरा पहला नाम सी जोग। रिखीर केश मिली वड्याइया, सलाविया सर्वव्यापी नाल होया मेल संजोग। एक उसने अपना अंक दिता बनाइया, जेड़ा याद करदा सी रोज, जेड़ा याद करदा सी रोज, एक नौ वंड वंडाइया। धरती उत्ते करदा सी चोज, मेरे अंतर फिरे चाही चाइया। एक दिन बैठा विच संजोग, मुस्कुराहट न कोए सुहाइया। मैन्यों के क्या की तके माती लोक, मैन्यों के क्या की तके लोक मात। 18 पादों उस ऋषि नूं कह रहा कि मैं तू की मात लोक विच तक रहा है। चारों कुंट वेख वखाइया, ऋषि दसिया एक सलोक, सहज नाल सुनाइया। मैं तका उस मालक दी मौज, मैं तका उस मालक दी मौज, जो मौजूदा हर कट थाइया। सरभर संगत जी, हजूर शहनशाह जी ने 17 पादों 18 पादों 20 पादों नूं इकट्ठिया ही मान दे दिता। तरनी के मैनू दस दे योगी ऋषि, तरनी के मैनू दस दे योगी ऋषि,
रिश्ता प्रभ दे नाल रखाइया सच प्यार दे विच भी की कीमत अपनी ना कोई रखाइया अपनी आशा रखी निकी वड्डी वांडे ना कोई वंडाइया तुरदा साहेब जिस दी तार सदा तिखी दो जहाना खोज खुजाइया ओ जरूर तेरे पूरबले जन्म करम दी वेखे चिट्ठी वरका वरकियां विचों उठाइया तरनी के मैं चरना उत्ते जावा लिटी तरनी के मैं चरना उत्ते जावा लिटी तूड़ी खाकर माइया ज्योति ज्योत स्वरूपी हार आप अपनी कृपा करे खेल साचा हारी करे खेल साचा हार नेक लंक नारायण नार महाराज शेर सिंह विष्णु भगवाने मेहर नजर इकी उठाइया ਸਰਬਹਰ ਸੰਗਤ ਜੀ ਇਹ ਉਸ ਰਿਸ਼ੀ ਦੀ ਗੱਲ ਹੈ ਜਿਸ ਦਾ ਨਾਂ ਤਰਸਿੰਦੀ ਰਿਸ਼ੀ ਸੀ। ਉਹ ਰਿਸ਼ੀ ਇੱਕ ਕੁੱਲੀ ਦੇ ਵਿੱਚ ਰਹਿੰਦਾ ਸੀ ਤੇ ਪਰਮੇਸ਼ਵਰ ਨੂੰ ਹਰ ਰੋਜ਼ 19 ਵਾਰ ਯਾਦ ਕਰਦਾ ਸੀ ਆਪਣੇ ਪਰਮਾਤਮਾ ਨੂੰ ਕਿਉਂਕਿ ਪਰਮਾਤਮਾ ਦਾ ਕੋਈ ਜਸ ਗਾ ਨਹੀਂ ਸੀ ਸਕਦਾ। ਇਸ ਕਰਕੇ ਉਸ ਨੂੰ ਮਾਣ ਦੇਣ ਵਾਸਤੇ ਤਰਸਿੰਦੀ ਰਿਸ਼ੀ ਨੂੰ ਇੱਕ ਅਜਿਹਾ ਸਮਾਂ ਆਇਆ ਜਦੋਂ ਬਲਖ ਦੀ ਧਰਤੀ 'ਤੇ ਅਸਮੇਧ ਜੱਗ ਹੋਇਆ। ਉਸ ਵਕਤ ਜਦੋਂ ਰਿਸ਼ੀਆਂ ਮੁਨੀਆਂ ਨੂੰ ਸਾਰਿਆਂ ਨੂੰ ਸੱਦਿਆ ਗਿਆ ਕਿਉਂਕਿ ਅਸਮੇਧ ਜੱਗ ਧਰਮੀ ਰਾਜਾ ਕਰਦਾ ਹੈ, ਚੱਕਰਵਰਤੀ ਰਾਜਾ ਕਰਦਾ ਹੈ। ਧਰਮੀ ਰਾਜੇ ਚੱਕਰਵਰਤੀ ਰਾਜੇ ਤੋਂ ਬਗੈਰ ਕੋਈ ਅਸਮੇਧ ਜੱਗ ਕਰਦਾ ਹੀ ਨਹੀਂ ਸੀ। ਅਸਮੇਧ ਜੱਗ ਜਦੋਂ ਸ਼ੁਰੂ ਹੋਣਾ ਸੀ ਤਾਂ ਤਰਸਿੰਦੀ ਰਿਸ਼ੀ ਜੋ ਇੱਕ ਕੁੱਲੀ ਦਾ ਵਸਨੀਕ ਸੀਗਾ ਬੁੱਲੀਆਂ ਦੇ ਵਿੱਚ ਹੱਸਦਾ ਹੀ ਕਿਉਂਕਿ ਉਸ ਦਾ ਮੇਲ ਪਰਮਾਤਮਾ ਦੇ ਨਾਲ ਹੋ ਗਿਆ ਸੀਗਾ। ਉਸ ਵਕਤ ਉਸਨੇ 9 ਦਾਣੇ ਮੱਕੀ ਦੇ ਪੁੱਜੇ ਹੋਏ ਯੂਗੋਸਲਾਵੀਆ ਦੀ ਧਰਤੀ ਤੋਂ ਲੈ ਕੇ ਅਸਮੇਧ ਜੱਗ ਦੇ ਵਿੱਚ ਪਹੁੰਚ ਗਿਆ। ਜਦੋਂ ਉਸਨੇ ਬਾਕੀ ਰਿਸ਼ੀਆਂ ਮੁਨੀਆਂ ਤਪੱਸੀਆਂ ਜੋਗੀਆਂ ਨੂੰ ਦੱਸਿਆ ਕਿ ਇਹ ਰਿਸ਼ੀਓ ਮੁਨੀਓ ਮੈਂ 9 ਦਾਣੇ ਮੱਕੀ ਦੇ ਪੁੱਜੇ ਹੋਏ ਯੂਗੋਸਲਾਵੀਆ ਦੀ ਧਰਤੀ ਤੋਂ ਅਸਮੇਧ ਜੱਗ ਦੇ ਵਿੱਚ ਪਾਉਣ ਲਈ ਆਉਂਦੇ ਨੇ। ਸਾਰਿਆਂ ਨੇ ਉਸ ਨੂੰ ਮਖੌਲ ਕੀਤਾ ਕਿ ਤੇਰੇ 9 ਦਾਣਿਆਂ ਦੇ ਨਾਲ ਕਦੀ ਜੱਗ ਸੰਪੂਰਨ ਨਹੀਂ ਹੋਵੇਗਾ। ਪਰ ਪਰਮਾਤਮਾ ਦੀ ਅਗਮਤਾ ਦੀ ਖੇਲ ਹੈ। ਪਰਮਾਤਮਾ ਨੇ ਸਮੇਂ ਸਮੇਂ ਦੇ ਨਾਲ ਆਪਣੀ ਖੇਲ ਕੀਤੀ ਅਤੇ ਸਮੇਂ ਦਾ ਮਾਲਕ ਸਮਰੱਥ ਹੋ ਕੇ ਮਾਤ ਲੋਕ ਦੇ ਵਿੱਚ ਸਭ ਦਾ ਲੈਣਾ ਦੇਣਾ ਪੂਰਾ ਕੀਤਾ। ਜਦੋਂ ਅਸਮੇਧ ਜੱਗ ਕਰਨਾ ਸੀ ਅਸਮੇਧ ਜੱਗ ਦੀ ਰਸਤ ਨੂੰ 7 ਰੰਗਾਂ ਦੇ ਵਿੱਚ ਬੰਨ੍ਹਿਆ ਗਿਆ ਸੀ। ਉਸ ਵਕਤ ਜੋ 7 ਰੰਗ ਨਿਸ਼ਾਨ ਸਾਹਿਬ ਦੇ ਰੰਗ ਨੇ ਜਿਨ੍ਹਾਂ ਨੂੰ ਸਪਤ ਸਰਿਖੀਆਂ ਨੇ ਚੁਣਿਆ ਹੈ। ਪਰਮੇਸ਼ਵਰ ਨੇ ਸਪਤ ਸਰਿਖੀਆਂ ਨੂੰ ਹੁਕਮ ਦੇ ਦਿੱਤਾ ਕਿ ਜਿਹੜਾ ਜਿਹੜਾ ਰੰਗ ਤੁਹਾਨੂੰ ਚੰਗਾ ਲੱਗਦਾ ਤੁਸੀਂ ਆਪਣਾ ਉਹ ਰੰਗ ਚੁਣ ਲਓ। ਸਪਤ ਸਰਿਖੀਆਂ ਨੇ 7 ਰੰਗਾਂ ਨੂੰ ਚੁਣ ਲਿਆ ਜੋ ਰੰਗ ਪਰਮੇਸ਼ਵਰ ਦੇ 7 ਧਰਮ ਦੇ ਨਿਸ਼ਾਨ ਸਾਹਿਬ ਦੇ ਹਨ। ਉਹਨਾਂ 7 ਰੰਗਾਂ ਦੇ ਵਿੱਚ ਅਸਮੇਧ ਜੱਗ ਦੀ ਰਸਤ ਬੰਨ੍ਹ ਕੇ ਰੱਖੀ ਗਈ ਸੀ। ਪਰਮੇਸ਼ਵਰ ਨੇ ਉਸ ਅਸਮੇਧ ਜੱਗ ਨੂੰ ਪ੍ਰਵਾਨ ਨਹੀਂ ਸੀ ਕਰਨਾ। ਇਸ ਕਰਕੇ 7 ਰੰਗਾਂ ਦੇ ਵਿੱਚੋਂ ਰਸਤ ਖੋਲ੍ਹੀ ਹੀ ਨਹੀਂ ਗਈ।
ਜਦੋਂ ਉਹ ਪ੍ਰਸ਼ਾਦਾ ਨਹੀਂ ਉੱਥੋਂ ਤਿਆਰ ਹੋਇਆ ਤੇ ਉਸ ਜੱਗ ਨੂੰ ਵੀ ਪ੍ਰਵਾਨ ਨਹੀਂ ਕੀਤਾ ਗਿਆ। ਫਿਰ ਬਲਗਾਰੀਆ ਦੀ ਧਰਤੀ ਤੋਂ ਨਿਧਾਨੀ ਨਾਂ ਦਾ ਫਲ ਗਿਆ, ਜਿਸ ਦਾ ਰਸ ਨਾ ਮਿੱਠਾ ਸੀ ਨਾ ਖੱਟਾ ਸੀ। ਉਸ ਨੂੰ ਉਸ ਵਕਤ ਭੋਗ ਨਹੀਂ ਲਗਾਇਆ ਗਿਆ। ਉਸ ਵਕਤ ਬਾਵਨ ਜੀ, ਜੋ ਛੋਟੇ ਰੂਪ ਵਿੱਚ ਰਾਜੇ ਬਲ ਦੇ ਦੁਆਰੇ ਤੇ ਆ ਕੇ ਬੈਠ ਗਏ ਸੀ, ਜਿਨ੍ਹਾਂ ਨੇ ਆਪਣਾ ਛੋਟਾ ਜਿਹਾ ਰੂਪ ਕਰ ਲਿਆ ਸੀ, ਜਦੋਂ ਰਾਜੇ ਬਲ ਦੇ ਦਰਬਾਨ ਨੀਜ਼ੂ ਨੇ ਆ ਕੇ ਦੱਸਿਆ, ਐ ਰਾਜਾ ਬਲ, ਤੇਰੇ ਦੁਆਰੇ ਤੇ ਭਗਵਾਨ ਆਇਆ ਹੈ, ਬਾਵਨ ਜੀ ਆਏ ਨੇ। ਉਸ ਵਕਤ ਰਾਜੇ ਬਲ ਨੇ ਆ ਕੇ ਬੇਨਤੀ ਕੀਤੀ ਕਿ ਤੁਸੀਂ ਪ੍ਰਸ਼ਾਦਾ ਛਕ ਲਓ, ਦਰਸ਼ਨਾ ਲੈ ਲਓ। ਬਾਵਨ ਜੀ ਨੇ ਫਰਮਾਨ ਕੀਤਾ, ਨਾ ਮੈਂ ਖਾਣਾ ਅੰਨ, ਨਾ ਮੈਂ ਪੀਣਾ ਪਾਣੀ, ਮੈਂ ਤੇਰੇ ਦੁਆਰੇ ਤੋਂ ਕੁਛ ਨਹੀਂ ਖਾਣਾ, ਕਿਉਂਕਿ ਜਿਸ ਲੰਗਰ ਨੂੰ ਭੋਗ ਨਹੀਂ ਲੱਗਦਾ ਉਹ ਲੰਗਰ ਨਹੀਂ ਅਖਵਾ ਸਕਦਾ। ਇਸ ਕਰਕੇ ਇਸ ਲੰਗਰ ਨੂੰ ਭੋਗ ਨਹੀਂ ਲੱਗਿਆ, ਇਹ ਲੰਗਰ ਤੇਰਾ ਅਸਮੇਧ ਜੱਗ ਪ੍ਰਵਾਨ ਨਹੀਂ ਕੀਤਾ। ਜਦੋਂ ਰਿਸ਼ੀ ਸਾਰੇ ਸੰਤ ਲੰਗਰ ਛਕ ਕੇ ਬਾਹਰ ਆ ਰਹੇ ਸੀ ਦਰਸ਼ਨਾ ਲੈ ਕੇ, ਬਾਵਨ ਜੀ ਨੇ ਸਵਾਲ ਕੀਤਾ, ਰਿਸ਼ੀਓ, ਤਪਸਵੀਓ, ਮੁਨੀਓ, ਜਗੀਸ਼ਰੋ, ਕੀ ਤੁਸੀਂ ਪ੍ਰਸ਼ਾਦਾ ਛਕਿਆ, ਦਰਸ਼ਨਾ ਲੈ ਲਈਆਂ, ਕੀ ਤੁਸੀਂ ਭਗਵਾਨ ਦੇਖਿਆ? ਉਹਨਾਂ ਨੇ ਕਿਹਾ, ਅਸੀਂ ਭਗਵਾਨ ਤੇ ਦੇਖਿਆ ਹੀ ਨਹੀਂ, ਤੇ ਜੇ ਭਗਵਾਨ ਦਾ ਦਰਸ਼ਨ ਨਹੀਂ ਕੀਤਾ ਤੇ ਉਹ ਜਨਮ ਵੀ ਸਫਲ ਨਹੀਂ ਹੁੰਦਾ। ਫਿਰ ਤੇ ਸੰਸਾਰ ਦੇ ਵਿੱਚ ਜਨਮ ਲਿਆ ਤੇ ਜਨਮ ਲੈ ਕੇ ਚਲੇ ਗਏ, ਜਿਸ ਦਾ ਸੰਸਾਰ ਦੇ ਵਿੱਚ ਕੋਈ ਅਰਥ ਨਹੀਂ ਰਹਿ ਜਾਂਦਾ। ਉਸ ਜੱਗ ਨੂੰ ਪ੍ਰਵਾਨ ਨਹੀਂ ਕੀਤਾ। ਫਿਰ ਬਾਵਨ ਜੀ ਨੇ ਉਸ ਵਕਤ ਕਿਹਾ, ਨਾ ਮੈਂ ਖਾਣਾ ਅੰਨ, ਨਾ ਮੈਂ ਪੀਣਾ ਪਾਣੀ, ਮੈਂ ਇਸ ਮਰਿਆਦਾ ਨੂੰ ਕਠਨ ਕਰਨ ਵਾਸਤੇ ਤੁਹਾਡੇ ਸਿਰ ਦਾ ਤਾਜ ਤੁਹਾਨੂੰ ਹੁਣ ਭਗਤਾਂ ਨੂੰ ਬਣਾਇਆ ਕਿ ਪਰਮੇਸ਼ਵਰ ਨੇ ਹਰ ਗ੍ਰਹਿ ਗ੍ਰਹਿ ਜਾ ਕੇ ਤੁਹਾਨੂੰ 1-1 ਰੁਪਈਆ ਤੇ ਸਰੂਪਾ ਆਪ ਦਿੱਤਾ। ਇਸੇ ਕਰਕੇ ਹਜੂਰ ਸ਼ਹਿਨਸ਼ਾਹ ਜੀ ਨੇ ਫਰਮਾਨ ਕੀਤਾ ਕਿ ਲੰਗਰ ਨੂੰ ਭੋਗ ਲੱਗਣਾ ਅਤੀ ਜ਼ਰੂਰੀ ਹੈ। ਭੋਗ ਲੱਗੇ ਭਗਤ ਦਵਾਰ, ਜਦੋਂ ਵੀ ਪ੍ਰਸ਼ਾਦਾ ਜਿੱਥੇ ਵੀ ਤਿਆਰ ਹੋਵੇ ਉਸ ਨੂੰ ਭੋਗ ਲਗਾਇਆ ਜਾਵੇ। ਤੇ ਜਦੋਂ ਗੁਰਸਿੱਖ ਬੇਨਤੀ ਕਰੇ ਉਦੋਂ ਕਰੇ, ਤਰਸ ਕਰਨਾ, ਤਰਸ ਕਰਨਾ, ਤਰਸ ਕਰਨਾ। 3 ਵਾਰ ਬੇਨਤੀ ਕਰ ਲੈ ਕੇ ਪਰਮੇਸ਼ਰ ਤਰਸ ਕਰਨਾ, ਤਰਸ ਕਰਨਾ, ਤਰਸ ਕਰਨਾ। ਬਾਵਨ ਜੀ ਨੇ ਉੱਥੇ ਬੈਠਿਆਂ ਹੋਇਆਂ ਚਾਰੇ ਵੇਦ ਆਚਾਰ ਦਿੱਤੇ, ਰਿਗ ਵੇਦ, ਸਾਮ ਵੇਦ, ਅਰਥਨ ਵੇਦ, ਜੁਜ਼ਰ ਵੇਦ। 4 ਵੇਦਾਂ ਦੇ ਗਿਆਤਾ ਇੱਕ ਅਜਿਹੇ ਰੂਪ ਵਿੱਚ ਸੀ, ਕਿਉਂਕਿ ਸਭ ਤੋਂ ਵੱਡਾ ਖੁਲਾਸਾ ਪਰਮੇਸ਼ਵਰ ਦੇ ਆਉਣ ਦਾ ਵੇਦ ਵਿਆਸ ਜੀ ਨੇ ਵੀ ਕਰ ਦਿੱਤਾ ਸੀ ਕਿ ਉਹ ਪਰਮਾਤਮਾ ਇੱਕ ਅਜਿਹੇ ਰੂਪ ਵਿੱਚ ਹੋਵੇਗਾ, ਨਿਰਗੁਣ ਸਰਗੁਣ ਧਾਰ ਹੋਵੇਗਾ। ਉਹ ਪਰਮਾਤਮਾ ਮਾਤ ਲੋਕ ਵਿੱਚ ਸੋਹੰਗ ਦਾ ਜਾਪ ਜਪਾਵੇਗਾ। ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਦਾ ਜਾਪ ਦੱਸੇਗਾ। ਉਹ ਕਿਹੋ ਜਿਹਾ ਹੋਵੇਗਾ? ਉਹ ਨੂਰੀ ਚੰਦਾ ਹੋਵੇਗਾ। ਉਹ ਨੂਰ ਆਪਣੀ ਰੋਸ਼ਨਾਈ ਮਾਤ ਲੋਕ ਦੇ ਵਿੱਚ ਕਰੇਗਾ। ਨੂਰ ਨਰਾਨਾ ਹੋ ਕੇ ਆਪਣੀ ਖੇਲ ਮਾਤ ਲੋਕ ਦੇ ਵਿੱਚ ਇੱਕ ਅਜਿਹੇ ਰੂਪ ਵਿੱਚ ਕਰੇਗਾ ਜਿਸ ਦਾ ਭੇਦ ਕਿਸੇ ਨੂੰ ਆਉਣ ਦੇਵੇਗਾ ਹੀ ਨਹੀਂ। ਇਸੇ ਤਰ੍ਹਾਂ ਬਲ ਬਾਵਨ ਦੀ ਗਾਥਾ, ਜਦੋਂ ਉਸ ਦੁਆਰੇ ਤੋਂ ਪ੍ਰਸ਼ਾਦਾ ਨਹੀਂ ਛਕਿਆ ਤੇ ਫਿਰ 4 ਬੀਬੀਆਂ ਨੇ ਬਾਵਨ ਜੀ ਲਈ ਪ੍ਰਸ਼ਾਦਾ ਤਿਆਰ ਕਰਕੇ ਆਂਦਾ। ਉਸ ਪ੍ਰਸ਼ਾਦੇ ਨੂੰ ਭੋਗ ਲੱਗਾ। ਫਿਰ ਫਰਮਾਨ ਕੀਤਾ ਕਿ ਮੈਂ ਅੱਜ ਇਹ ਜਗ ਸੰਪੂਰਨ ਤਾਰਾ ਵਿੱਚ ਪ੍ਰਵਾਨ ਕਰਦਾ ਹੀ ਨਹੀਂ। ਜਦੋਂ ਬਾਵਨ ਜੀ ਨੇ ਫਰਮਾਨ ਕੀਤਾ ਕਿ ਜਦੋਂ ਪੁਰਖ ਅਕਾਲ ਸਮਰੱਥ ਹੋ ਕੇ ਜੋਤ ਸ਼ਬਦ ਦੀ ਧਾਰ ਦੇ ਨਾਲ ਆਪਣਾ ਅਗੰਮਾ ਖੇਲ ਕਰਨਗੇ, ਉਸ ਵਕਤ ਅਸਮੇਧ ਜੱਗ ਨੂੰ ਪੂਰਾ ਕਰਨਗੇ। ਸਰਬ ਹਰ ਸੰਗਤ ਜੀ, ਉਸ ਵਕਤ ਜਦੋਂ ਕੁਛ ਨਹੀਂ ਲਿਆ ਗਿਆ ਉਸ ਤੋਂ ਰਾਜੇ ਬਲ ਕੋਲੋਂ, ਰਾਜੇ ਬਲ ਨੇ ਬੇਨਤੀ ਕੀਤੀ ਕਿ ਐ ਬਾਵਨ ਜੀ, ਮੈਂ ਕੀ ਸੇਵਾ ਕਰ ਸਕਦਾ ਹਾਂ? ਬਾਵਨ ਜੀ ਨੇ ਫਰਮਾਨ ਕੀਤਾ
कि सिर्फ ते सिर्फ 2.5 ਕਰਮਾਂ ਧਰਤੀ ਚਾਹੀਦੀ ਹੈ। ਉਹ 2.5 ਕਰਮਾਂ ਦੀ ਧਰਤੀ ਜਦੋਂ ਮੰਗ ਮੰਗੀ ਤੇ ਰਾਜੇ ਬਲ ਨੇ ਖੁਸ਼ੀ ਦੇ ਨਾਲ ਪ੍ਰਵਾਨ ਕਰ ਲਈ। ਜਦੋਂ ਬਾਵਨ ਜੀ ਨੇ ਆਪਣਾ ਪਹਿਲਾ ਕਦਮ ਬਲਖ ਦੀ ਧਰਤੀ ਤੋਂ ਚੁੱਕਿਆ, 999 ਦਾ ਇੱਕੋ ਕਦਮ ਸੀ। 999 ਫਕੀਰਾਂ ਨੂੰ ਇੱਕੋ ਦਿਨ ਦਰਸ਼ਨ ਦਿੱਤਾ। 999 ਨਦੀਆਂ ਜਲ ਧਾਰਾ ਵਿੱਚ ਆ ਕੇ ਡਿੱਗ ਪਈਆਂ। ਉਹ ਕਦਮ ਡੋਵਰ ਦੀ ਧਰਤੀ ਤੇ ਕੁਸ਼ਾਦੀਪ, ਇੰਗਲੈਂਡ ਦੀ ਧਰਤੀ ਤੋਂ ਡੋਵਰ ਬੀਚ ਬੰਦਰਗਾਹ ਤੋਂ ਠੀਕ 7 ਕਿਲੋਮੀਟਰ ਜਾ ਕੇ ਪਹਿਲਾ ਕਦਮ ਰੱਖਿਆ। ਉਸ ਧਰਤੀ ਤੇ ਪਹਿਲਾ ਕਦਮ ਇਸ ਕਰਕੇ ਰੱਖਿਆ ਸੀ ਕਿ ਰਾਜੇ ਬਲ ਦਾ ਰੱਥ ਵੀ ਉੱਥੇ ਖਲੋਤਾ ਸੀ। ਉਸ ਧਰਤੀ ਤੇ ਪਹਿਲਾ ਕਦਮ ਇਸ ਕਰਕੇ ਰੱਖਿਆ ਸੀ, ਉਸ ਧਰਤੀ ਦੇ ਉੱਤੇ ਬਾਵਨ ਜੀ ਨੇ ਆਪਣੀ ਰਸਨਾ ਦੇ ਨਾਲ ਧਰਤੀ ਦੇ ਉੱਪਰ, ਮਿੱਟੀ ਖਾਕ ਦੇ ਉੱਪਰ ਆਪਣੀ ਜ਼ਬਾਨ ਦੇ ਨਾਲ ਪੱਪਾ ਅੱਖਰ ਲਿਖਿਆ ਸੀ ਕਿ ਪਾਰ ਬ੍ਰਹਮ ਪਤ ਪਰਮੇਸ਼ਵਰ ਆ ਕੇ ਇੱਥੇ ਆਪਣੇ ਅਗਮਤਾ ਦੀ ਖੇਲ ਕਰੇਗਾ। ਉਹ ਪਹਿਲਾ ਕਦਮ ਉੱਥੇ ਰੱਖਿਆ, ਡੋਵਰ ਤੋਂ ਠੀਕ 7 ਕਿਲੋਮੀਟਰ ਅੱਗੇ ਜਾ ਕੇ। ਸ਼ਾਮ ਦਾ ਵਕਤ ਸੀ, 4, 4:30 ਦਾ, ਜਦੋਂ ਇਹ ਵਿਹਾਰ ਹੋਇਆ। ਦੂਸਰਾ ਕਦਮ ਰੱਖਿਆ ਟੋਰਾਂਟੋ ਦੀ ਧਰਤੀ ਤੇ ਕੈਨੇਡਾ ਵਿੱਚ, ਲੱਖਨਦੀਪ ਦੇ ਵਿੱਚ। ਜਦੋਂ ਟੋਰਾਂਟੋ ਤੋਂ ਵਾਪਸ ਆਏ, ਉਸ ਵਕਤ ਜੋ ਗੁਰਸਿੱਖ ਹਜ਼ੂਰ ਸ਼ਹਿਨਸ਼ਾਹ ਜੀ ਦੇ ਨਾਲ 1975 ਵਿੱਚ ਕੈਨੇਡਾ ਗਏ, ਉਹਨਾਂ ਦਾ ਲੈਣਾ ਦੇਣਾ ਦਿੱਤਾ। ਉਹਨਾਂ ਵਿੱਚੋਂ ਇੱਕ ਰਾਜੇ ਬਲ ਦਾ ਦਰਬਾਨ ਸੀ, ਨੀਜ਼ੂ ਵੀਰ ਜਗਜੀਤ ਸਿੰਘ, ਗੁਰਸਿੱਖ ਨਾਜਰ ਸਿੰਘ ਵੀਰ ਦਾ ਲੜਕਾ। ਉਹਨਾਂ ਦੇ ਵਿੱਚੋਂ ਵੀਰ ਸਰਜੀਤ ਸਿੰਘ ਸਰਜੀਤ ਨੇ ਬਾਵਨ ਜੀ ਨੂੰ ਪਹਿਚਾਣ ਲਿਆ। ਉਸ ਵਕਤ ਜਿਹੜੀ ਉਹਨਾਂ ਕੋਲ ਪੱਲੀ ਸੀ, ਕਾਈ ਦਾ ਰੂਪ ਸੀ, ਉਹ ਪੱਲੀ ਬਾਵਨ ਜੀ ਥੱਲੇ ਵਿਛਾ ਦਿੱਤੀ ਤੇ ਬਾਵਨ ਜੀ ਨੇ ਕਿਹਾ ਕਿ ਤੇਰਾ ਮੈਂ ਲੈਣਾ ਦੇਣਾ ਮਾਤ ਲੋਕ ਵਿੱਚ ਉਸ ਰੂਪ ਵਿੱਚ ਆ ਕੇ ਪੂਰਾ ਕਰੂੰਗਾ, ਜਦੋਂ ਕਲਯੁਗ ਅੰਤ ਵਿੱਚ ਮੈਂ ਪੁਰਖ ਸਮਰੱਥ ਹੋ ਕੇ ਜੋਤ ਸ਼ਬਦ ਦੀ ਤਾਰ ਹੋ ਕੇ ਆਪਣਾ ਖੇਲ ਕਰੂੰਗਾ। ਉਸ ਧਰਤੀ ਦੇ ਲੈਣੇ ਦੇਣੇ ਨੂੰ ਦੇਣ ਵਾਸਤੇ ਹੈਮਿਲਟਨ ਦੇ ਲੇਖ ਨੂੰ ਪੂਰਾ ਕੀਤਾ। ਹੈਮਿਲਟਨ ਦੀ ਧਰਤੀ ਤੇ ਹਰ ਭਗਤ ਦਵਾਰ ਬਣੇਗਾ। ਉਸ ਤੇ ਨੀਚੇ ਜੋ ਪਾਣੀ ਵਗਦਾ, ਜਿੱਥੇ ਇੱਕ ਨਿੰਮ ਦਾ ਦਰਖਤ ਹੈ, ਉੱਥੇ ਨਿੰਮ ਦਾ ਦਰਖਤ ਸੀ। ਉਸ ਜਲ ਦੀ ਸਹਿਲਾਬ ਇੱਕ ਅਜਿਹੇ ਰੂਪ ਵਿੱਚ ਹੇਮਕੁੰਟ ਸਾਹਿਬ ਤੱਕ ਜਾਂਦੀ। ਉਸ ਜਲ ਨੂੰ ਮਾਣ ਦੇ ਦਿੱਤਾ ਤੇ ਜਦੋਂ ਬਾਵਨ ਜੀ ਨੇ ਅੱਧੀ ਕਰਮ ਧਰਤੀ ਨੂੰ ਨਾਪਣਾ ਚਾਹਿਆ ਤੇ ਅੱਗੇ ਧਰਤੀ ਮੁੱਕ ਗਈ। ਉਸ ਵੇਲੇ ਰਾਜੇ ਬਲ ਨੇ ਕਿਹਾ ਕਿ ਐ ਬਾਵਨ ਜੀ, ਹੁਣ ਮੇਰਾ 5 ਤੱਤ ਦਾ ਸਰੀਰ ਅੱਧੀ ਕਰਮ ਤੁਸੀਂ ਇਸ ਦੀ ਕਰ ਲਓ। ਉਸ 2.5 ਕਰਮਾਂ ਦੇ ਬਦਲੇ ਹਜ਼ੂਰ ਸ਼ਹਿਨਸ਼ਾਹ ਜੀ ਨੇ ਗੁਰਦਿਆਲ ਸਿੰਘ ਰਾਜਾ ਬਲ ਦੀ 2.5 ਮੁੱਠਾਂ ਰਾਖ ਜੇਠੂਵਾਲ ਹਰ ਭਗਤ ਦਵਾਰ ਦੀਆਂ ਨੀਹਾਂ ਦੇ ਵਿੱਚ ਪਾਈ। ਪਰਮਾਤਮਾ ਆਪਣੇ ਲੇਖ ਨੂੰ ਇੱਕ ਅਜਿਹੇ ਰੂਪ ਦੇ ਵਿੱਚ ਪੂਰਾ ਕਰਦੇ ਨੇ ਜਿਸ ਬਾਰੇ ਕੋਈ ਜੀਵ ਜਾਣ ਸਕਦਾ ਹੀ ਨਹੀਂ। ਪਰਮੇਸ਼ਵਰ ਨੇ ਤੁਹਾਡੇ ਲੇਖ ਲਿਖ ਦਿੱਤੇ ਕਿ ਗੁਰਮੁਖੋ, ਤੁਸੀਂ ਮੇਰੇ ਅਨਮੁੱਲੜੇ ਲਾਲ ਜੋ, ਤੁਹਾਡੀ ਕਰਤੇ ਨੇ ਕੀਮਤ ਪਾਈ ਹੈ। ਸੰਸਾਰ ਦੇ ਵਿੱਚ ਤੁਹਾਡਾ ਕੋਈ ਸਾਨੀ ਹੋਰ ਹੋ ਸਕਦਾ ਨਹੀਂ। ਤੁਸੀਂ ਦੁਲਾਰੇ ਉਸੇ ਅਗੰਮੀ ਪਿੱਤ ਦੇ, ਤੁਸੀਂ ਉਸ ਪਰਮੇਸ਼ਵਰ ਦੇ ਦੁਲਾਰੇ ਜੋ, ਜਿਸ ਪਰਮੇਸ਼ਵਰ ਨੇ ਤੁਹਾਨੂੰ ਮਾਤ ਲੋਕ ਵਿੱਚ ਆ ਕੇ ਮਾਣ ਦੇ ਦਿੱਤਾ। ਬਲ ਬਾਵਨ ਦੀ ਉਸ ਗਾਥਾ ਨੂੰ ਖੂਨੀ ਕੈਂਪ ਦੇ ਵਿੱਚ ਪਰਮੇਸ਼ਵਰ ਨੇ ਕਿਸ ਤਰ੍ਹਾਂ ਮਾਣ ਦਿੱਤਾ, ਜਿਸ ਦੇ ਬਾਰੇ ਹਰ ਸਾਲ ਤੁਸੀਂ ਉੱਥੇ ਜਾ ਕੇ ਉਸ ਧਰਤੀ ਦੇ ਦਰਸ਼ਨ ਕਰਦੇ, ਉਸ ਧਰਤੀ ਨੂੰ ਵੀ ਨਮਸਕਾਰ ਕਰਦੇ ਜਾ। ਇਹ ਪਰਮਾਤਮਾ ਦੀ ਅਗਮਤਾ ਦੀ ਤਾਰ ਹੈ। ਸਾਹਿਬ ਸਤਿਗੁਰ ਦਾ ਛੱਡਿਓ ਨਾ ਕਦੇ ਦਾਮਨ,
ਦਾਮਨ ਗੀਰ ਆਪ ਖਵਾਈਆ। ਭਗਤਾਂ ਨੂੰ ਸਿੱਖਿਆ ਦੇਤੀ, ਵੇਖਿਓ ਗੁਰਮੁਖੋ ਕਦੀ ਮੇਰਾ ਦਾਮਨ ਨਾ ਛੱਡ ਲਿਓ। ਪਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲੈਣਾ, ਇੱਕ ਅਜਿਹੀ ਅਵਸਥਾ ਦੇ ਵਿੱਚ ਆ ਜਾਣਾ ਜਿੱਥੇ ਇੱਕੋ ਨੂਰ ਹੋਵੇ, ਇੱਕੋ ਪ੍ਰਕਾਸ਼ ਹੋਵੇ, ਇੱਕੋ ਉਸ ਅਗੰਮੇ ਬਾਪ ਦੀ ਜੋ ਲਾ ਤਸਵੀਰ ਹੈ ਉਸ ਦੀ ਉਹ ਤਸਵੀਰ ਹੋਵੇ, ਜੋ ਤਸਵੀਰ ਪਰਮੇਸ਼ਵਰ ਨੇ ਮੁਖਾਤਬ ਕਰਕੇ ਤੁਹਾਨੂੰ ਮਾਤ ਲੋਕ ਦੇ ਵਿੱਚ ਸੰਦੇਸ਼ ਦੇਤਾ, ਫਰਮਾਨ ਦੇਤਾ, ਐ ਗੁਰਸਿੱਖੋ ਜੇ ਖਹਿੜਾ ਛਡਾਉਣਾ ਕੋਲੋਂ ਬਾਣੀ ਦਰਸ਼ਨ ਕਰਕੇ ਖੁਸ਼ੀ ਲੈਣੀ ਮਨਾਈ ਆ। ਤੁਸੀਂ ਮੇਰਾ ਦਰਸ਼ਨ ਕਰਕੇ ਖੁਸ਼ੀ ਮਨਾ ਲੈਣੀ। ਇਸ ਦਰਸ਼ਨਾਂ ਦੇ ਵਿੱਚ ਵਡਿਆਈ ਹੈ, ਇਸ ਦਰਸ਼ਨਾਂ ਵਿੱਚ ਪ੍ਰਭੂ ਦਾ ਉਹ ਰੂਪ ਹੈ, ਉਹ ਸਤ ਸਰੂਪ ਹੈ ਜੋ ਇੱਕ ਅਗੰਮਤਾ ਦਾ ਬਲ ਤਾਰੀ ਹੈ। ਉਹ ਪਰਮੇਸ਼ਵਰ ਦਾ ਨੂਰ ਹੈ। ਤੇਰਾ ਖੂਨ ਡਲਕਾ ਮਾਰੇ ਨੌਖੰਡ ਪ੍ਰਿਥਵੀ ਦੇ ਹਿਲਾਇਆ। ਪਰਮੇਸ਼ਵਰ ਨੇ ਇੱਕ ਆਪਣੀ ਉਸ ਢਲਕ ਝਲਕ ਨੂੰ ਤੁਹਾਡੇ ਮੁਖਾਤਬ ਕੀਤਾ ਕਿ ਆਓ ਗੁਰਮੁਖੋ ਤੁਸੀਂ ਮੇਰਾ ਦਰਸ਼ਨ ਕਰ ਲਓ, ਕਿਉਂਕਿ ਭਗਵਾਨ ਦਾ ਦਰਸ਼ਨ ਕਰਨਾ ਜੀਵਨ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਜੀਵਨ ਦੀ ਜੀਵਨ ਧਾਰਾ ਨੂੰ ਇੱਕ ਸਹੀ ਸਿਹਤ ਦੇ ਅਜਿਹੇ ਰੂਪ ਦੇ ਵਿੱਚ ਪਰਮੇਸ਼ਵਰ ਨੇ ਤੁਹਾਨੂੰ ਦੱਸ ਦਿੱਤਾ ਕਿ ਜੇਕਰ ਤੁਸੀਂ ਮੇਰੇ ਹੁਕਮ ਦੀ ਪਾਲਣਾ ਕਰਦੇ ਜੋ, ਜੇਕਰ ਤੁਸੀਂ ਮੇਰੇ ਹੁਕਮ ਦੀ ਤਾਮੀਰ ਕਰਦੇ ਜੋ, ਜੇਕਰ ਤੁਸੀਂ ਮੇਰੇ ਹੁਕਮ ਦੀ ਪਾਲਣਾ ਕਰਦੇ ਜੋ, ਜੇਕਰ ਤੁਹਾਡੀ ਅੰਤਰ ਆਤਮਾ ਵਿੱਚ ਮੇਰਾ ਪੈ ਹੈ, ਜੇਕਰ ਤੁਹਾਡੇ ਅੰਦਰ ਆਪਣੇ ਬਾਪ ਲਈ ਅਗੰਮਾ ਉਹ ਸਤਿਕਾਰ ਹੈ, ਫਿਰ ਮੈਂ ਤੁਹਾਡੇ ਜੀਵਨ ਦੀ ਜੀਵਨ ਧਾਰਾ ਬਦਲ ਕੇ ਰੱਖ ਦਿੰਦਾ ਹਾਂ। ਪਰਮੇਸ਼ਵਰ ਦੀ ਵਡਿਆਈ ਹੈ ਕਿ ਉਹ ਆਪਣੇ ਭਗਤਾਂ ਨੂੰ ਮਾਤ ਲੋਕ ਦੇ ਵਿੱਚ ਕਿਸ ਰੂਪ ਦੇ ਵਿੱਚ ਵਡਿਆਈ ਦਿੰਦੇ ਹਨ। ਜੇ ਕੋਈ ਜੀਵ ਚਾਹੇ ਕਿ ਮੈਂ ਆਪਣੀ ਸਿਫਤ ਆਪ ਕਰ ਲਾਂ, ਜੇ ਕੋਈ ਭਗਤ ਕਹੇ ਕਿ ਮੈਂ ਵੱਡਾ ਹਾਂ, ਇਹ ਸਭ ਕੁਛ ਗਲਤ ਹੈ। ਇਹ ਸਾਡੀ ਸੋਚ ਗਲਤ ਹੈ। ਗੁਰਸਿੱਖ ਨਿਮਾਣਾ ਹੈ। ਗੁਰਸਿੱਖ ਦੇ ਹਿਰਦੇ ਅੰਦਰ ਪ੍ਰਭੂ ਦਾ ਪਿਆਰ ਹੋਣਾ ਚਾਹੀਦਾ। ਗੁਰਸਿੱਖ ਹਿਰਦੇ ਅੰਦਰ ਗੁਰਸਿੱਖ ਦੀ ਆਤਮਾ ਦੀ ਆਵਾਜ਼ ਦੇ ਵਿੱਚ ਤੂੰ ਮੇਰਾ ਮੈਂ ਤੇਰਾ ਦਾ ਆਗਾਜ਼ ਹੋਣਾ ਚਾਹੀਦਾ। ਗੁਰਸਿੱਖ ਦੇ ਉਸ ਆਤਮਕ ਪੱਖ ਤੋਂ ਆਪਣੇ ਪ੍ਰਭੂ ਦੇ ਚਰਨਾਂ ਦਾ ਧਾਰ ਨਹੀਂ ਹੋਣਾ ਚਾਹੀਦਾ। ਉਸ ਆਤਮਕ ਪੱਖ ਨੂੰ ਸਾਕਾਰ ਰੂਪ ਦੇਣ ਵਾਸਤੇ ਪਰਮੇਸ਼ਵਰ ਨੇ ਹਾਹੇ ਨੂੰ ਮੋੜ ਕੇ ਰੱਖ ਦਿੱਤਾ। ਹਾਹੇ ਨੂੰ ਮੋੜਨ ਦਾ ਅਰਥ ਤੁਹਾਡੀ ਸੁਖਮਨ ਨਾੜੀ ਦੇ ਨਾਲ ਹਾਹੇ ਨੂੰ ਜੋੜ ਦਿੱਤਾ। ਸੁਖਮਨ ਨਾੜੀ ਦੇ ਨਾਲ ਹਾਹੇ ਨੂੰ ਇਸ ਕਰਕੇ ਜੋੜਿਆ ਜਿੱਥੇ ਭਗਤ ਭਗਵਾਨ ਦਾ ਕਦੀ ਵਿਛੋੜਾ ਹੁੰਦਾ ਹੀ ਨਹੀਂ। ਇਸ ਕਰਕੇ ਹਾਹੇ ਨੂੰ ਮੋੜ ਕੇ ਤੁਹਾਡੀ ਸੁਖਮਨ ਨਾੜੀ ਦੇ ਨਾਲ ਪਰਮੇਸ਼ਵਰ ਨੇ ਜੋੜ ਦਿੱਤਾ ਕਿ ਗੁਰਸਿੱਖੋ ਇਹ ਉਹ ਸਮਾਂ ਹੈ ਜਿਸ ਨੂੰ ਮੈਂ ਮਾਤ ਲੋਕ ਦੇ ਵਿੱਚ ਆਪਣੇ ਹੁਕਮ ਦੇ ਵਿੱਚ ਆਪ ਲੈ ਕੇ ਆਂਦਾ ਹੈ। ਇਸੇ ਕਰਕੇ ਜੋਗੋ ਸਲਾਵੀਆ ਦੀ ਉਸ ਖਾਸ਼ ਨੂੰ ਪੂਰਾ ਕਰਨ ਵਾਸਤੇ ਬਲਗਾਰੀਆ ਦੀ ਧਰਤੀ 'ਤੇ ਪਰਮੇਸ਼ਵਰ ਨੇ ਆਪਣੇ ਚਰਨਾਂ ਦੀ ਛੋਹ ਦਿੱਤੀ। ਪਰ ਨਾਲ ਹੀ ਉਸ ਵਕਤ ਬਾਵਨ ਜੀ ਨੇ ਫਰਮਾਨ ਕਰਤਾ ਕਿ ਜਦੋਂ ਸਮਰੱਥ ਪਰਮੇਸ਼ਵਰ ਬਲਗਾਰੀਆ ਦੀ ਧਰਤੀ 'ਤੇ ਜਾਣਗੇ, ਉੱਥੇ ਫਲ ਨੂੰ ਕੋਈ ਭੋਗ ਲਗਾਉਣ ਵਾਲਾ ਨਹੀਂ ਹੋਵੇਗਾ। ਹਜੂਰ ਸ਼ਹਿਨਸ਼ਾਹ ਜੀ ਨੇ ਯੋਗੋ ਸਲਾਵੀਆ ਦੀ ਧਰਤੀ ਤੋਂ 9 ਦਾਣੇ ਮੱਕੀ ਦੇ ਲਿਆ ਕੇ ਜੇਠੂਵਾਲ ਹਰ ਭਗਤ ਦਵਾਰ ਵਿੱਚ 26 ਪੋਹ ਸ਼ਹਿਨਸ਼ਾਹੀ ਸੰਮਤ 8 ਨੂੰ ਅਸਮੇਤ ਜੱਗ 'ਚ ਪਾਏ ਤੇ ਉਸ ਜੱਗ ਨੂੰ ਪ੍ਰਵਾਨ ਕਰ ਲਿਆ। ਇਹੀ ਇੱਕ ਪਰਮੇਸ਼ਵਰ ਦੀ ਵਡਿਆਈ ਹੈ ਕਿ ਪਰਮੇਸ਼ਵਰ ਨੂੰ ਕੋਈ ਜੀਵ ਵਡਿਆ ਸਕਦਾ ਨਹੀਂ। ਪਰਮੇਸ਼ਵਰ ਵੱਡਾ ਹੈ ਤੇ ਗੁਰਸਿੱਖ ਸਦਾ ਹੀ ਨਿਮਾਣਾ ਉਸ ਦੇ ਦਰ 'ਤੇ ਹੈ। ਸਰਬ ਹਰ ਸੰਗਤ ਜੀ, ਇਹਨੇ ਅਲਫਾਜ਼ ਕਹਿੰਦੀ ਹੋਈ ਮੈਂ ਪਰਮੇਸ਼ਵਰ ਦੇ ਚਰਨਾਂ ਵਿੱਚੋਂ ਖਿਮਾ ਮੰਗਦੀ ਹਾਂ। ਪਰਮੇਸ਼ਵਰ ਨੇ ਫਰਮਾਨ ਕੀਤਾ ਹੈ, ਜੋ ਸਿੱਖ ਪ੍ਰਭ ਦੀ ਸਿੱਖਿਆ ਲਏ ਸਿੱਖ, ਸੋ ਸਿੱਖ ਸਤਿਗੁਰ ਵਿੱਚ ਸਮਾਈਆ। ਤੇਰਾ ਦਰਸ ਕੀਤਿਆਂ ਦੀਨ ਦੁਨੀ ਤਰ ਜਾਵੇ, ਮਾਲਾ ਮਣਕੇ ਦੀ ਲੋੜ ਰਹੇ ਨਾ ਰਾਈਆ। ਬਹੁਤੀ ਸਿੱਖੀ ਨਾਲੋਂ ਮੈਨੂੰ ਥੋੜ੍ਹੀ ਸਿੱਖੀ ਚੰਗੀ, ਜੋ ਸਿੱਖਿਆ ਵਿੱਚ ਰਖਾਈਆ। ਸਰਬ ਹਰ ਸੰਗਤ ਜੀ, ਇਹ ਉਸ ਪਰਮਾਤਮਾ ਨੇ ਸਿੱਖਿਆ ਦਿੱਤੀ। ਖੁੱਲੀ ਅੱਖ ਵੇਖਿਆ ਭਗਵਾਨ,
ਭਗਤ ਖੁਸ਼ੀ ਮਨਾਏਂਦਾ। ਭਗਤਾਂ ਨੇ ਸਾਖਾਤ ਆਪਣੇ ਪ੍ਰਭੂ ਨੂੰ ਆਪਣਿਆਂ ਖੁੱਲੀ ਅੱਖ ਦੇ ਨਾਲ ਵੇਖਿਆ, ਕਿਉਂਕਿ ਪਰਮੇਸ਼ਵਰ ਦਾ ਫਰਮਾਨ ਹਰ ਬਾਣੀ ਵਿੱਚ ਕਿ ਗੁਰਸਿੱਖੋ, ਤੁਹਾਡਾ ਮੈਂ ਉਹ ਨੇਤਰ ਖੋਲ੍ਹ ਦਿੱਤਾ ਜਿਹੜਾ ਮੈਂ ਸੰਸਾਰ ਦਾ ਨੇਤਰ ਨਹੀਂ ਖੋਲ੍ਹਿਆ। ਉਹ ਨੇਤਰ ਖੋਲ੍ਹ ਦਿੱਤਾ ਜਿਸ ਦੇ ਨਾਲ ਮੈਂ ਤੁਹਾਨੂੰ ਆਪਣਾ ਦਰਸ਼ਨ ਦੀਦਾਰ ਦੇ ਦਿੱਤਾ। ਕਿਉਂਕਿ ਪਰਮਾਤਮਾ ਦਾ ਜੋ ਭਗਤ ਹੈ ਉਸ ਦਾ ਰੂਪ ਕੀ ਹੈ? ਉਹ ਸੰਸਾਰ ਵੱਲੋਂ ਹਮੇਸ਼ਾ ਹੀ ਸੁੱਤਾ ਰਵੇ, ਸੰਸਾਰ ਵੱਲੋਂ ਨਾ ਕਦੀ ਜਾਗੇ, ਆਪਣੇ ਪਰਮਾਤਮਾ ਵੱਲੋਂ ਸਦਾ ਹੀ ਜਾਗਦਾ ਰਹੇ। ਹੇ ਅਕਾਲ ਪੁਰਖ, ਤੂੰ ਹਰ ਪਲ, ਹਰ ਘੜੀ, ਹਰ ਛਿਨ ਤੂੰ ਮੇਰੇ ਨਾਲ ਹੈ। ਤੂੰ ਮੇਰੇ ਸੱਜੇ ਖੱਬੇ ਹਾਂ। ਤੂੰ ਮੇਰੀ ਅੰਤਰ-ਆਤਮਾ ਦੇ ਵਿੱਚ ਆਪਣਾ ਵਾਸ ਰੱਖਦਾ ਹਾਂ। ਤੇਰੇ ਵਾਸ ਨੂੰ ਮੇਰੀ ਅੰਤਰ-ਆਤਮਾ ਮਹਿਸੂਸ ਕਰਦੀ ਹੈ, ਕਿਉਂਕਿ ਪਰਮਾਤਮਾ ਦਾ ਫਰਮਾਨ ਹੈ, ਗੁਰਸਿੱਖੋ, ਜਦੋਂ ਤੁਸੀਂ ਮੈਨੂੰ ਪੰਜਾਂ ਜੈਕਾਰਿਆਂ ਦੇ ਵਿੱਚ ਆਵਾਜ਼ ਮਾਰਦੇ ਜੋ, ਮੈਂ ਤੁਹਾਡੀ ਅੰਤਰ-ਆਤਮਾ ਵਿੱਚ ਆਪ ਸਹਾਈ ਹੁੰਦਾ ਵਾਂ। ਤੁਸੀਂ ਜਿੱਥੇ ਵੀ ਮੈਨੂੰ ਯਾਦ ਕਰਦੇ ਜੋ, ਜਿਸ ਜਗ੍ਹਾ 'ਤੇ ਵੀ ਯਾਦ ਕਰਦੇ ਜੋ, ਮੈਂ ਉੱਥੇ ਪਹੁੰਚਦਾ ਹਾਂ, ਬਸ਼ਰਤੇ ਤੁਹਾਡੀ ਦਿੱਤੀ ਹੋਈ ਆਵਾਜ਼ ਸੱਤ ਸੱਚ ਦੀ ਆਵਾਜ਼ ਹੋਵੇ। ਤੁਹਾਡੀ ਦਿੱਤੀ ਹੋਈ ਆਵਾਜ਼ ਇੱਕ ਅਜਿਹੇ ਰੂਪ ਦੇ ਵਿੱਚ ਹੋਵੇ ਜਿੱਥੇ ਤੁਹਾਡੇ ਆਪਣੇ ਜੀਵਨ ਦਾ ਕੋਈ ਮਕਸਦ ਜਾਂ ਲਕਸ਼ ਨਾ ਹੋਵੇ। ਤੁਹਾਡੀ ਅੰਤਰ ਆਤਮਾ ਵਿੱਚ ਇੱਕ ਪੁਕਾਰ ਹੋਵੇ, ਪਰਮਾਤਮਾ ਤੂੰ ਮੇਰਾ ਤੇ ਮੈਂ ਤੇਰਾ। ਜੇ ਮਤਲਬ ਸਮਝ ਲਓ ਸੋਹੰਗ ਜਾਪਦਾ, ਤੁਹਾਡਾ ਮੇਰਾ ਫਰਕ ਰਹਿ ਨਾ ਰਾਈਆ। ਉਸ ਸੋਹੰਗ ਸ਼ਬਦ ਦੇ ਵਿੱਚ ਸਮਾਉਣਾ, ਉਸ ਸੋਹੰਗ ਸ਼ਬਦ ਦੀ ਵਿਵਸਥਾ ਵਿੱਚ ਜਾਣਾ, ਉਸ ਸੋਹੰਗ ਸ਼ਬਦ ਨੂੰ ਆਪਣੀ ਅੰਤਰੀ ਭਾਵਨਾ ਦੇ ਨਾਲ ਜੋੜਨਾ, ਉਸ ਸੋਹੰਗ ਸ਼ਬਦ ਨੂੰ ਇੱਕ ਸੱਚ ਦੀ ਆਵਾਜ਼ ਦੇ ਕੇ ਹਿਰਦੇ ਅੰਦਰ ਜੱਪਾ ਜਾਪ ਦੇ ਰੂਪ ਵਿੱਚ ਇੱਕ ਅਜਿਹੇ ਰੂਪ ਵਿੱਚ ਰੱਖ ਲੈਣਾ ਜਿੱਥੇ ਕਿ ਪਰਮਾਤਮਾ ਦੀ ਆਵਾਜ਼ ਹੈ, ਪਰਮਾਤਮਾ ਦਾ ਉਹ ਨੂਰ ਹੈ, ਉਹ ਪ੍ਰਕਾਸ਼ ਹੈ। ਉਸ ਪ੍ਰਕਾਸ਼ ਦੇ ਵਿੱਚ ਜੀਵ ਸਦਾ ਹੀ ਸਮਾਇਆ ਹੁੰਦਾ ਹੈ। ਉਸ ਪ੍ਰਕਾਸ਼ ਦੇ ਵਿੱਚ ਇੱਕ ਨੂਰ ਹੈ, ਉਸ ਨੂਰ ਦੇ ਵਿੱਚ ਸੱਚਾ ਜ਼ਹੂਰ ਹੈ, ਉਸ ਜ਼ਹੂਰ ਦੇ ਵਿੱਚ ਪ੍ਰਭ ਹੈ, ਉਸ ਪ੍ਰਭ ਦੇ ਵਿੱਚ ਉਹ ਦੀਨ ਦਿਆਲ ਹੈ, ਉਸ ਦੀਨ ਦਿਆਲ ਦੇ ਵਿੱਚ ਸੱਚੇ ਪਾਤਸ਼ਾਹ ਜਿਸ ਨੂੰ ਕਹੇ ਲਕਾਈ, ਉਹ ਪਰਮਾਤਮਾ ਹੈ। ਇਸ ਦੇ ਨਾਲ ਹੀ ਮੈਂ ਖਿਮਾ ਜਾ ਸੋਹੰਗ ਮੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋਹੰਗ ਮਹਾਰਾਜ ਸ਼ੇਰ 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 ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਹਰ ਸੰਗਤ ਜੀਓ, ਆਪ ਜੀ ਨੇ ਸਰਵਣ ਕੀਤਾ